ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਟ ਹੇਅਰ ਸਟੱਡੀ ਬਿਕਮਸ ਈਜ਼ੀਅਰ। ਸੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਜੀ ਪੀਐਸਟੈਟ 2021 ਲਈ ਆਪਾਂ ਈਵੀਐਸ ਪੈਡਾਗੋਜੀ ਐਂਡ ਕੰਟੈਂਟ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਇੱਕ ਵੀਡੀਓ ਆਪਾਂ ਪੈਡਾਗੋਜੀ ਪਲੱਸ ਕੰਟੈਂਟ ਮਿਕਸ ਐਮਸੀਕਿਊਜ਼ ਆਪਾਂ ਤੁਹਾਨੂੰ ਕਰਵਾਉਂਦੇ ਹਾਂ ਤੇ ਇੱਕ ਵੀਡੀਓ ਜਿਹੜਾ ਆਪਾਂ ਸਿਰਫ ਕੰਟੈਂਟ ਤੇ ਲੈ ਕੇ ਆਉਂਦੇ ਹਾਂ। ਸੋ ਅੱਜ ਆਪਾਂ ਮਿਕਸ ਵਾਲੀ ਕਰਨ ਵਾਲੇ ਹਾਂ, ਜਿਸ ਐਮਸੀਕਿਊਜ਼ ਦਾ ਪਾਰਟ 3 ਹੈ ਜੀ ਇਹ। ਇਸ ਤੋਂ ਪਹਿਲਾਂ ਦੇ ਦੋ ਪਾਰਟ ਅਗਰ ਤੁਹਾਨੂੰ ਹੁਣ ਤੱਕ ਨਹੀਂ ਦੇਖੇ ਤਾਂ ਉਹਨਾਂ ਵੀਡੀਓਜ਼ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖੋ, ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਤੋਂ ਇਲਾਵਾ ਸੀਡੀਪੀ ਦਾ ਪੂਰਾ ਕੋਰਸ ਜਿਹੜਾ ਸਾਈਕੋਲੋਜੀ ਦਾ ਪੂਰਾ ਕੋਰਸ ਆਪਣੇ ਚੈਨਲ ਤੇ ਚੱਲ ਰਿਹਾ ਜੀ, ਸਾਰੀ ਥਿਊਰੀਜ਼ ਆਪਾਂ ਉਸ ਦੇ ਵਿੱਚ ਕਰਵਾਉਂਦੇ ਹਾਂ। ਉਹਨਾਂ ਸਾਰੀ ਵੀਡੀਓਜ਼ ਦਾ ਲਿੰਕ ਵੀ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਹਾਂਜੀ, ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ, ਉਹ ਆਈਕਨ ਤੇ ਜ਼ਰੂਰ ਕਲਿੱਕ ਕਰ ਲਿਓ। ਇਸ ਨਾਲ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲ ਜਾਂਦੀ ਹੈ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਨੂੰ ਪਾਉਣ ਲਈ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ, ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਕੁਐਸਚਨ ਤੁਹਾਨੂੰ ਸਾਰੇ ਬਾਇਲਿੰਗੁਅਲ ਮਿਲਣਗੇ, ਯਾਨੀ ਕਿ ਇੰਗਲਿਸ਼ ਔਰ ਪੰਜਾਬੀ ਦੋਨਾਂ ਲੈਂਗੁਏਜ ਦੇ ਵਿੱਚ ਮਿਲਣਗੇ। ਤਾਂ ਸ਼ੁਰੂ ਕਰਦੇ ਜੀ ਆਪਣੀ ਵੀਡੀਓ ਨੂੰ। ਸਭ ਤੋਂ ਪਹਿਲਾ ਕੁਐਸਚਨ ਆਪਣੇ ਪਾਸ, ਦਾ ਸੋਰਸ ਆਫ ਵਿਟਾਮਿਨ ਡੀ ਇਜ਼ ਲੈਮਨ, ਸਨਰੇਜ਼, ਔਰੇਂਜ, ਕੈਸ਼ਿਊ। ਵਿਟਾਮਿਨ ਡੀ ਦਾ ਸਰੋਤ ਹੈ ਨਿੰਬੂ, ਸੂਰਜ ਦੀਆਂ ਕਿਰਨਾਂ, ਸੰਤਰਾ ਜਾਂ ਕਾਜੂ। ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਆਪਸ਼ਨ ਨੰਬਰ ਬੀ, ਸੂਰਜ ਦੀਆਂ ਕਿਰਨਾਂ, ਸਨਰੇਜ਼। ਦ ਸੋਰਸ ਆਫ ਵਿਟਾਮਿਨ ਡੀ ਇਜ਼ ਸਨਰੇਜ਼। ਸੋ ਸੂਰਜ ਦੀ ਕਿਰਨਾਂ ਤੋਂ ਸਾਨੂੰ ਵਿਟਾਮਿਨ ਡੀ ਮਿਲਦਾ ਹੈ। ਇਨਫੈਕਟ ਵਿਟਾਮਿਨ ਡੀ ਇਜ਼ ਸਿੰਥੇਸਾਈਜ਼ਡ ਇਨ ਆਰ ਡਰਮਲ ਸੈਲ ਬਾਈ ਸਨਰੇਜ਼ ਵਿਚ ਆਰ ਰਿਲੀਜ਼ਡ ਇਨ ਦਾ ਬਲੱਡ। ਸੋ ਇਹਦਾ ਮਤਲਬ ਇਹ ਹੈ ਜੀ, ਵਿਟਾਮਿਨ ਡੀ ਜਿਹੜਾ ਜਦੋਂ ਆਪਾਂ ਨੂੰ ਸੂਰਜ ਦੀਆਂ ਕਿਰਨਾਂ ਸਾਡੇ ਬੋਡੀ ਦੇ ਵਿੱਚ ਜਾਂਦੀਆਂ ਨੇ ਤਾਂ ਉੱਥੇ ਜਿਹੜੇ ਡਰਮਲ ਸੈੱਲ ਹੁੰਦੇ ਨੇ ਉੱਥੇ ਜਾ ਕੇ ਆਪਣੇ ਸਿੰਥੇਸਾਈਜ਼ ਹੁੰਦਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਇਕੱਠਾ ਹੋਣਾ, ਉੱਥੇ ਬਣਦਾ ਜਾਂ ਇਕੱਠਾ ਹੁੰਦਾ ਵਿਟਾਮਿਨ ਡੀ ਸਾਡੀ ਬੋਡੀ ਦੇ ਅੰਦਰ। ਜਦੋਂ ਸਾਡੀ ਬੋਡੀ ਤੇ ਸਨਰੇਜ਼ ਸੂਰਜ ਦੀਆਂ ਕਿਰਨਾਂ ਬਣਦੀਆਂ ਨੇ ਤੇ ਉਹ ਜਦੋਂ ਵਿਟਾਮਿਨ ਡੀ ਬਣਦਾ ਜਾਂ ਇਕੱਠਾ ਹੁੰਦਾ ਸਾਡੀ ਬੋਡੀ ਦੇ ਵਿੱਚ ਤੇ ਬਾਅਦ ਦੇ ਵਿੱਚ ਉਹ ਸਾਡੇ ਖੂਨ ਦੇ ਵਿੱਚ ਰਿਲੀਜ਼ ਕੀਤਾ ਜਾਂਦਾ ਹੈ। ਬਿਸਾਈਡ ਸਨ ਰੇਜ਼ ਵਿਟਾਮਿਨ ਡੀ ਇਜ਼ ਓਬਟੇਨ ਫਰੋਮ ਬਟਰ। ਤਾਂ ਇਸ ਤੋਂ ਇਲਾਵਾ ਯਾਨੀ ਕਿ ਸੂਰਜ ਦੀਆਂ ਕਿਰਨਾਂ ਤੋਂ ਇਲਾਵਾ ਹੋਰ ਵਿਟਾਮਿਨ ਡੀ ਸਾਨੂੰ ਕਿੱਥੋਂ ਮਿਲ ਸਕਦਾ ਹੈ? ਬਟਰ ਤੋਂ ਮਿਲ ਸਕਦਾ ਹੈ, ਦ ਯੋਕ ਆਫ ਐਗ ਤੋਂ ਮਿਲ ਸਕਦਾ ਹੈ, ਅੰਡੇ ਤੋਂ ਯਾਨੀ ਕਿ ਲਿਵਰ ਐਂਡ ਕਿਡਨੀ ਐਟਸੈਟਰਾ ਤੋਂ। ਤੇ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਵਿਟਾਮਿਨ ਡੀ ਬਣਦਾ ਹੈ। ਰਿਕੇਟਸ ਇਨ ਚਿਲਡਰਨ ਐਂਡ ਓਸਟੋਮੈਲਸ਼ੀਆ ਇਨ ਅਡਲਟਸ ਅਕਰ ਡਿਊ ਟੂ ਡੈਫੀਸ਼ੀਐਂਸੀ ਆਫ ਵਿਟਾਮਿਨ ਡੀ। ਤਾਂ ਇੱਥੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਤੁਹਾਡੇ ਲਈ ਹੈ ਕਿ ਅਗਰ ਬੱਚਿਆਂ ਦੇ ਵਿੱਚ ਜਿਹੜੇ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਉਹਨਾਂ ਨੂੰ ਰਿਕੇਟਸ ਦੀ ਜਿਹੜੀ ਬਿਮਾਰੀ ਹੋ ਜਾਂਦੀ ਹੈ। ਲੇਕਿਨ ਅਗਰ ਅਡਲਟਸ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਉਹਨਾਂ ਨੂੰ ਆ ਜਿਹੜੀ ਹੈ ਜੀ ਓਸਟੀਓਮੈਲੇਸ਼ੀਆ ਦੀ ਬਿਮਾਰੀ ਜਿਹੜੀ ਉਹ ਹੋ ਜਾਂਦੀ ਹੈ। ਸੋ ਇਹ ਚੀਜ਼ ਯਾਦ ਰੱਖਿਓ, ਬੱਚਿਆਂ ਦੇ ਵਿੱਚ ਅਗਰ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਤਾਂ ਰਿਕੇਟਸ, ਅਗਰ ਅਡਲਟਸ ਦੇ ਵਿੱਚ ਯਾਨੀ ਕਿ ਵੱਡਿਆਂ ਦੇ ਵਿੱਚ ਅਗਰ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਓਸਟੀਓਮੈਲੇਸ਼ੀਆ ਦੀ ਜਿਹੜੀ ਬਿਮਾਰੀ ਹੈ ਉਹ ਹੁੰਦੀ ਹੈ। ਟੂਗੈਦਰ ਕੈਲਸ਼ੀਅਮ ਐਂਡ ਡੈਫੀਸ਼ੀਐਂਸੀ ਆਫ ਵਿਟਾਮਿਨ ਡੀ ਕੋਜ਼ਸ ਓਸਟੀਓਪਰੋਸਿਸ ਇਨ 올ਡਰ ਅਡਲਟਸ। ਜਿਹੜੇ ਬਜ਼ੁਰਗ ਨੇ, ਅਗਰ ਬਜ਼ੁਰਗ ਦੇ ਵਿੱਚ ਵਿਟਾਮਿਨ ਡੀ ਦੀ ਤੇ ਨਾਲ ਕੈਲਸ਼ੀਅਮ ਦੀ ਅਗਰ ਕਮੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਓਸਟੀਓਪਰੋਸਿਸ ਦੀ ਜਿਹੜੀ ਬਿਮਾਰੀ ਹੈ ਉਹ ਹੋ ਜਾਂਦੀ ਹੈ। ਸੋ ਤੋਂ ਕਾਫੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਮਿਲ ਚੁੱਕੀ ਹੈ। ਵਿਟਾਮਿਨ ਡੀ ਜਿਹੜੀ ਸੂਰਜ ਦੀ ਕਿਰਨਾਂ ਤੋਂ ਮਿਲਦੀ ਹੈ ਸਾਨੂੰ। ਵਿਟਾਮਿਨ ਡੀ ਜਦੋਂ ਸੂਰਜ ਦੀ ਕਿਰਨਾਂ ਸਾਡੀ ਬੋਡੀ ਤੇ ਪੈਂਦੀਆਂ ਨੇ ਤਾਂ ਸਾਡੇ ਡਰਮਲ ਸੈਲਸ ਦੇ ਵਿੱਚ ਵਿਟਾਮਿਨ ਡੀ ਇਕੱਠਾ ਹੁੰਦਾ ਜਾਂ ਬਣਦਾ, ਜੋ ਬਾਅਦ ਦੇ ਵਿੱਚ ਖੂਨ ਦੇ ਵਿੱਚ ਰਿਲੀਜ਼ ਕਰ ਦਿੱਤਾ ਜਾਂਦਾ। ਇਸ ਤੋਂ ਇਲਾਵਾ ਸਾਨੂੰ ਬਟਰ ਤੋਂ, ਐਗ ਦੇ ਯੋਕ ਤੋਂ ਸਾਨੂੰ ਵਿਟਾਮਿਨ ਡੀ ਮਿਲਦਾ ਹੈ। ਅਗਰ ਬੱਚਿਆਂ 'ਚ ਵਿਟਾਮਿਨ ਡੀ ਦੀ ਕਮੀ ਹੋ ਜਾਏ ਤਾਂ ਰਿਕੇਟਸ ਬਿਮਾਰੀ ਹੋ ਜਾਂਦੀ ਹੈ। ਅਗਰ ਅਡਲਟਸ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਏ ਤਾਂ ਓਸਟੋਮੈਲੇਸ਼ੀਆ ਦੀ ਬਿਮਾਰੀ ਹੋ ਜਾਂਦੀ ਹੈ। ਲੇਕਿਨ ਅਗਰ ਬਜ਼ੁਰਗਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤੇ ਨਾਲ ਹੀ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਤਾਂ ਉਹਨਾਂ ਨੂੰ ਓਸਟੀਓਪਰੋਸਿਸ ਦੀ ਬਿਮਾਰੀ ਹੋ ਜਾਂਦੀ ਹੈ। ਤਾਂ ਇਹ ਚੀਜ਼ ਜਿਹੜੀ ਤੁਸੀਂ ਇੱਥੇ ਯਾਦ ਰੱਖਿਓ। ਕੁਐਸਚਨ ਐਗਜ਼ਾਮ ਦੇ ਵਿੱਚ ਵਿਟਾਮਿਨ ਨੂੰ ਲੈ ਕੇ ਔਰ ਵਿਟਾਮਿਨ ਦੀ ਕਮੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਲੈ ਕੇ ਜ਼ਰੂਰ ਪੁੱਛਿਆ ਜਾਂਦਾ ਹੈ। ਸੋ ਇਹ ਚੀਜ਼ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਜਾਇਓ। ਐਜ਼ ਐਨ ਈਕੋਸਿਸਟਮ ਵੈਟਲੈਂਡਸ ਆਰ ਯੂਜ਼ਫੁਲ ਫॉर ਵਿਚ ਆਫ ਦ ਫੋਲੋਇੰਗ? First option for recovery and cycling of nutrients. B option to release heavy metals through absorption by plants. C they maintain rivers and control floods. D all of the above. ਇੱਕ ਈਕੋਸਿਸਟਮ ਦੇ ਤੌਰ ਤੇ ਝੀਲਾਂ ਹੇਠ ਲਿਖੇ ਵਿੱਚੋਂ ਕਿਸ ਲਈ ਲਾਭਦਾਇਕ ਹਨ? ਫਸਟ, ਪੌਸ਼ਟਿਕ ਤੱਤਾਂ ਦੀ ਰਿਕਵਰੀ ਅਤੇ ਸਾਈਕਲਿੰਗ ਲਈ। ਪੌਦੇ ਦੁਆਰਾ ਸੋਖਣ ਦੁਆਰਾ ਭਾਰੀ ਧਾਤਾਂ ਨੂੰ ਛੱਡਣਾ। ਸੀ ਉਹ ਨਦੀਆਂ ਦੀ ਸੰਭਾਲ ਕਰਦੇ ਹਨ ਅਤੇ ਹੜ੍ਹਾਂ ਨੂੰ ਕੰਟਰੋਲ ਕਰਦੇ ਹਨ। ਡੀ ਉਪਰੋਕਤ ਸਾਰੇ। ਸੋ ਇਸ ਦਾ ਰਾਈਟ ਆਪਸ਼ਨ ਹੋਗਾ ਜੀ ਡੀ ਉਪਰੋਕਤ ਸਾਰੇ, all of the above. As an ecosystem, wetlands are useful for nutrients recovery and cycling, releasing heavy metals through absorption by plants. They also control and maintain floods. Question number 3. Which of the following is the largest mammal? Whale, rhinoceros, elephant, human. ਇਹਨਾਂ ਵਿੱਚੋਂ ਵੱਡਾ ਥਣਧਾਰੀ ਜਾਨਵਰ ਕਿਹੜਾ ਹੈ? ਵੇਲ, ਗੈਂਡਾ, ਹਾਥੀ ਜਾਂ ਮਨੁੱਖ। ਇਸ ਦਾ ਰਾਈਟ ਆਪਸ਼ਨ ਹੋਗਾ ਆਪਸ਼ਨ ਨੰਬਰ ਏ, ਵੇਲ। ਬਲੂ ਵੇਲ ਜਿਹੜੀ ਹੈ ਇਜ਼ ਦ ਲਾਰਜੈਸਟ ਨੋਨ ਮੈਮਲ। ਤਾਂ ਸਭ ਤੋਂ ਥਣਧਾਰੀ ਵੱਡਾ ਜਾਨਵਰ ਜਿਹੜਾ ਬਲੂ ਵੇਲ ਨੂੰ ਮੰਨਿਆ ਜਾਂਦਾ ਹੈ। ਕੁਐਸਚਨ ਨੰਬਰ 4. ਸਾਇੰਸ ਟੀਚਿੰਗ ਸ਼ੁੱਡ ਹੈਵ ਐਟੀਟਿਊਡ? ਚਾਈਲਡ ਸੈਂਟਰਿਕ, ਸਕੂਲ ਸੈਂਟਰਿਕ, ਕਰਿਕੂਲਮ ਫੋਕਸਡ, ਟੀਚਰ ਸੈਂਟਰਡ। ਵਿਗਿਆਨ ਦੀ ਸਿੱਖਿਆ ਦਾ ਰਵੱਈਆ ਹੋਣਾ ਚਾਹੀਦਾ ਹੈ ਬਾਲ ਕੇਂਦਰਿਤ, ਸਕੂਲ ਕੇਂਦਰਿਤ, ਪਾਠਕ੍ਰਮ ਫੋਕਸਡ, ਅਧਿਆਪਕ ਕੇਂਦਰਿਤ। ਸੋ ਇਸ ਦਾ ਰਾਈਟ ਆਪਸ਼ਨ ਹੋਗਾ ਜੀ ਆਪਸ਼ਨ ਨੰਬਰ ਏ, ਚਾਈਲਡ ਸੈਂਟਰਿਕ, ਬਾਲ ਕੇਂਦਰਿਤ। ਫਿਫਥ ਕੁਐਸਚਨ ਆਪਣੇ ਪਾਸ, ਹਾਊ ਵੁੱਡ ਅ ਨਿਊ ਕਮਰ ਟੀਚਰ ਡੀਲ ਵਿਦ ਸਟੂਡੈਂਟਸ ਹੂ ਮਿਸਬਿਹੇਵ ਇਨ ਦ ਕਲਾਸਰੂਮ? ਫਸਟ, imposing punitive measures, improving and expressing one's qualities in front of students, changing his class, expulsion. ਇੱਕ ਨਵਾਂ ਅਧਿਆਪਕ ਕਲਾਸਰੂਮ ਵਿੱਚ ਦੁਰਵਿਵਹਾਰ ਕਰਨ ਵਾਲੇ ਵਿਦਿਆਰਥੀਆਂ ਨਾਲ ਕਿਵੇਂ ਪੇਸ਼ ਆਏਗਾ? ਸਭ ਤੋਂ ਪਹਿਲਾਂ ਦੰਡਕਾਰੀ ਉਪਾਅ ਲਗਾਉਣਾ, ਵਿਦਿਆਰਥੀਆਂ ਦੇ ਸਾਹਮਣੇ ਆਪਣੇ ਗੁਣਾਂ ਨੂੰ ਸੁਧਾਰਨਾ ਤੇ ਪ੍ਰਗਟ ਕਰਨਾ, ਆਪਣੀ ਕਲਾਸ ਬਦਲਣਾ, ਉਹਨਾਂ ਨੂੰ ਕੱਢਣ ਦੀ ਚੇਤਾਵਨੀ ਦੇਣਾ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਬੀ, ਵਿਦਿਆਰਥੀਆਂ ਦੇ ਸਾਹਮਣੇ ਆਪਣੇ ਗੁਣਾਂ ਨੂੰ ਸੁਧਾਰਨਾ ਤੇ ਪ੍ਰਗਟ ਕਰਨਾ।
क्वेश्चन नंबर 6 हैगा जी, अ साइंस टीचर टुक एन एग्जाम आफ्टर टीचिंग द सब्जेक्ट रेस्पिरेशन एंड फाउंड दैट मोस्ट ऑफ द स्टूडेंट्स डिड नॉट अंडरस्टैंड द डिफरेंस बिटवीन रेस्पिरेशन एंड ब्रीदिंग. दिस कुड बी बिकॉज ऑफ. फर्स्ट ऑप्शन, शी कुड नॉट एक्सप्लेन द रिलेटेड कंसेप्ट इफेक्टिवली इन द क्लास. शी वॉज नॉट द टीचर ऑफ हिज क्लास. सी ऑप्शन है, द स्टूडेंट्स डिड नॉट अंडरस्टैंड द क्वेश्चन प्रॉपरली. डी ਆਪਸ਼ਨ, देयर इज़ यूजली अ ਲੋਟ ਆਫ ਇਨਡਿਸਿਪਲਿਨ ਇਨ देयर ਕਲਾਸ. ਇੱਕ ਵਿਗਿਆਨ ਅਧਿਆਪਕ ਨੇ ਸਾਹ ਵਿਸ਼ੇ ਨੂੰ ਪੜ੍ਹਾਉਣ ਤੋਂ ਬਾਅਦ ਇੱਕ ਇਮਤਿਹਾਨ ਦਿੱਤਾ ਅਤੇ ਪਾਇਆ ਕਿ ਜ਼ਿਆਦਾਤਰ ਵਿਦਿਆਰਥੀ ਰੈਸਪੀਰੇਸ਼ਨ ਅਤੇ ਸਾਹ, ਅਸਲ 'ਚ ਪੰਜਾਬੀ ਦੇ ਵਿੱਚ ਰੈਸਪੀਰੇਸ਼ਨ ਔਰ ਬਰੀਥਿੰਗ ਦੋਨਾਂ ਨੂੰ ਹੀ ਸਾਹ ਕਹਿ ਦਿੱਤਾ ਜਾਂਦਾ ਹੈ, ਲੇਕਿਨ ਇਹ ਦੋਨੋਂ ਦੇ ਵਿੱਚ ਫ਼ਰਕ ਹੈ. ਤਾਂ ਇਹਨਾਂ ਵਿੱਚ ਅੰਤਰ ਜਿਹੜੇ ਉਹ ਸਮਝਦੇ ਨਹੀਂ ਹੈ. ਇਹਨਾਂ ਦਾ ਕਾਰਨ ਕੀ ਹੋ ਸਕਦਾ ਹੈ? ਫਸਟ ਆਪਸ਼ਨ ਹੈ, ਉਹ ਕਲਾਸ ਵਿੱਚ ਸੰਬੰਧਿਤ ਸੰਕਲਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਆਖਿਆ ਨਹੀਂ ਕਰ ਸਕੀ. ਬੀ ਆਪਸ਼ਨ, ਉਹ ਉਸ ਦੀ ਕਲਾਸ ਦੀ ਅਧਿਆਪਕ ਨਹੀਂ ਸੀ. ਸੀ, ਵਿਦਿਆਰਥੀਆਂ ਨੇ ਸਵਾਲ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ. ਡੀ ਆਪਸ਼ਨ, ਉਹਨਾਂ ਦੀ ਜਮਾਤ ਵਿੱਚ ਆਮ ਤੌਰ 'ਤੇ ਬਹੁਤ ਜ਼ਿਆਦਾ ਅਨੁਸ਼ਾਸਨਹੀਨਤਾ ਹੁੰਦੀ ਹੈ. ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਏ, ਉਹ ਕਲਾਸ ਵਿੱਚ ਸੰਬੰਧਿਤ ਸੰਕਲਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਆਖਿਆ ਨਹੀਂ ਕਰ ਸਕੀ. ਸ਼ੀ ਕੁਡਨਟ ਐਕਸਪਲੇਨ ਰਿਲੇਟਡ ਕੰਸੈਪਟ ਇਫੈਕਟਿਵਲੀ ਇਨ ਦਾ ਕਲਾਸ. ਲੇਕਿਨ ਇਹ ਕੁਐਸਚਨ ਤੋਂ ਮੈਂ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਦੇ ਦੇਣਾ ਚਾਹੁੰਦੀ ਹਾਂ ਕਿ ਰੈਸਪੀਰੇਸ਼ਨ ਅਤੇ ਬਰੀਥਿੰਗ ਦੇ ਵਿੱਚ ਡਿਫਰੈਂਸ ਹੈ ਕੀ ਤੁਹਾਨੂੰ ਪਤਾ ਇਹਨਾਂ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ? ਦੇਖੋ, ਰੈਸਪੀਰੇਸ਼ਨ ਔਰ ਬਰੀਥਿੰਗ ਜਿਹੜੀ ਹੈ ਉਹ ਦੋ ਅਲੱਗ-ਅਲੱਗ, ਰੈਸਪੀਰੇਸ਼ਨ ਜਿਹੜੀ ਇੱਕ ਵਾਈਡਰ ਟਰਮ ਹੈ, ਲੇਕਿਨ ਬਰੀਥਿੰਗ ਜਿਹੜੀ ਹੈ ਇੱਕ ਨੈਰੋ ਟਰਮ ਹੈ, ਕਿਉਂਕਿ ਬਰੀਥਿੰਗ ਰੈਸਪੀਰੇਸ਼ਨ ਦੇ ਵਿੱਚ ਇਨਕਲੂਡ ਹੁੰਦੀ ਹੈ. ਬਰੀਥਿੰਗ ਸਿਰਫ ਇੱਕ ਫਿਜ਼ੀਕਲ ਐਕਟੀਵਿਟੀ ਹੈ ਜਿਸ ਦੇ ਵਿੱਚ ਸਿਰਫ ਗੈਸਾਂ ਦਾ ਜਿਹੜਾ ਆਦਾਨ ਪ੍ਰਦਾਨ ਹੁੰਦਾ ਹੈ. ਜਦੋਂ ਅਸੀਂ ਸਾਹ ਲੈਂਦੇ ਹਾਂ, ਅਸੀਂ ਆਕਸੀਜਨ ਗੈਸ ਨੂੰ ਅੰਦਰ ਲੈ ਕੇ ਜਾਂਦੇ ਹਾਂ, ਅਸੀਂ ਸਾਹ ਛੱਡਦੇ ਹਾਂ, ਕਾਰਬਨ ਡਾਈਆਕਸਾਈਡ ਨੂੰ ਬਾਹਰ ਛੱਡਦੇ ਹਾਂ, ਤਾਂ ਸਿਰਫ ਗੈਸਾਂ ਦੇ ਆਦਾਨ ਪ੍ਰਦਾਨ ਨੂੰ, ਜੋ ਅਸੀਂ ਨੱਕ ਦੇ ਰਾਹੀਂ ਸਾਹ ਲੈ ਕੇ ਗੈਸਾਂ ਦਾ ਜੋ ਆਦਾਨ ਪ੍ਰਦਾਨ ਕਰਦੇ ਹਾਂ, ਉਸਨੂੰ ਬਰੀਥਿੰਗ ਕਹਿੰਦੇ ਨੇ. ਲੇਕਿਨ ਰੈਸਪੀਰੇਸ਼ਨ ਜਿਹੜੀ ਇੱਕ ਬਹੁਤ ਵੱਡੀ ਟਰਮ ਹੈ, ਜਿਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ, ਅਤੇ ਖਾਣਾ ਖਾਣ ਤੋਂ ਬਾਅਦ ਸਾਡੇ ਵਿੱਚ ਡਾਈਜੈਸ਼ਨ ਦੀ ਪ੍ਰੋਸੈਸ ਹੁੰਦੀ ਹੈ ਅਤੇ ਸਾਡੇ ਸੈੱਲ ਤੱਕ ਉਹ ਖਾਣਾ ਪਹੁੰਚਦਾ ਹੈ. ਪੂਰੇ ਸਰੀਰ ਦੇ ਹਰ ਇੱਕ ਸੈੱਲ ਤੱਕ ਸਾਡਾ ਖਾਣਾ ਜਿਹੜਾ ਉਹ ਪਹੁੰਚਦਾ ਹੈ ਖੂਨ ਦੇ ਵਿੱਚ ਮਿਲ ਕੇ. ਲੇਕਿਨ ਉਸ ਖਾਣੇ ਦੇ ਵਿੱਚੋਂ ਜੋ ਐਨਰਜੀ ਰਿਲੀਜ਼ ਹੁੰਦੀ ਹੈ, ਉਸ ਖਾਣੇ ਨੂੰ ਤੋੜ ਕੇ ਉਸ ਦੇ ਵਿੱਚੋਂ ਜੋ ਐਨਰਜੀ ਰਿਲੀਜ਼ ਕਰਨੀ ਹੁੰਦੀ ਹੈ, ਉਸ ਦੇ ਵਿੱਚ ਕੰਮ ਕਰਦੀ ਹੈ ਸਾਡੀ ਆਕਸੀਜਨ. ਆਕਸੀਜਨ ਹੀ ਸਾਡੇ ਖਾਣੇ ਨਾਲ ਮਿਲ ਕੇ ਉਸਨੂੰ ਤੋੜ ਕੇ, ਮਤਲਬ ਤੋੜਨ ਦਾ ਮਤਲਬ ਹੈ ਕਿ ਉਹ ਕੰਪਲੈਕਸ ਫਾਰਮ ਦੇ ਵਿੱਚ ਹੁੰਦਾ ਹੈ, ਉਸਨੂੰ ਤੋੜ ਕੇ ਸਿੰਪਲ ਫਾਰਮ ਦੇ ਵਿੱਚ ਕਨਵਰਟ ਕਰਨਾ ਹੁੰਦਾ ਹੈ. ਸੋ ਉਹ ਕੰਮ ਆਕਸੀਜਨ ਕਰਦੀ ਹੈ. ਲੇਕਿਨ ਉਹੀ ਆਕਸੀਜਨ ਅਸੀਂ ਲੈਂਦੇ ਕਿਸ ਤਰ੍ਹਾਂ? ਬਰੀਥਿੰਗ ਦੇ ਥਰੂ, ਸਾਹ ਦੇ ਥਰੂ. ਜਦੋਂ ਅਸੀਂ ਸਾਹ ਲੈਂਦੇ ਹਾਂ, ਆਕਸੀਜਨ ਸਾਡੇ ਸਰੀਰ ਦੇ ਵਿੱਚ ਜਾਂਦੀ ਹੈ, ਹਰ ਇੱਕ ਸੈੱਲ ਤੱਕ ਆਕਸੀਜਨ ਪਹੁੰਚਦੀ ਹੈ ਖੂਨ ਦੇ ਵਿੱਚ ਮਿਕਸ ਹੋ ਕੇ, ਅਤੇ ਉਹ ਆਕਸੀਜਨ ਜਿਹੜੀ ਹੈ ਸਾਡੇ ਖਾਣੇ ਨਾਲ ਮਿਲ ਕੇ ਖਾਣੇ ਨੂੰ ਕੰਪਲੈਕਸ ਫਾਰਮ ਨੂੰ ਤੋੜ ਕੇ ਉਹਨੂੰ ਸਿੰਪਲ ਫਾਰਮ ਦੇ ਵਿੱਚ ਬਣਾਉਂਦੀ ਹੈ. ਐਨਰਜੀ ਉਹਦੇ ਵਿੱਚੋਂ ਰਿਲੀਜ਼ ਹੁੰਦੀ ਹੈ ਅਤੇ ਉਹੀ ਐਨਰਜੀ ਸਾਡੇ ਕੰਮ ਕਾਰ ਦੇ ਵਿੱਚ ਸਾਨੂੰ ਹੈਲਪ ਕਰਦੀ ਹੈ. ਸ਼ਕਤੀ ਹੈ ਜਿਹੜੀ, ਊਰਜਾ ਜਿਹੜੀ ਆ, ਸਾਨੂੰ ਉੱਥੋਂ ਹੀ ਮਿਲਦੀ ਹੈ. ਤਾਂ ਇਹ ਸਾਰੀ ਜਿਹੜੀ ਪ੍ਰੋਸੈਸ ਹੈਗੀ ਹੈ ਖਾਣੇ ਦੇ ਵਿੱਚੋਂ ਕੰਪਲੈਕਸ ਫਾਰਮ ਨੂੰ ਸਿੰਪਲ ਫਾਰਮ ਦੇ ਵਿੱਚ ਤੋੜਨਾ, ਉਹਦੇ ਵਿੱਚ ਐਨਰਜੀ ਰਿਲੀਜ਼ ਕਰਨਾ, ਇਹ ਸਾਰੀ ਰੈਸਪੀਰੇਸ਼ਨ ਦੀ ਪ੍ਰੋਸੈਸ ਹੈ. ਲੇਕਿਨ ਸਿਰਫ ਸਾਹ ਲੈਣਾ, ਉਹਦੇ ਵਿੱਚ ਆਕਸੀਜਨ ਲੈਣਾ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਣਾ, ਸਿਰਫ ਗੈਸਾਂ ਦਾ ਆਦਾਨ ਪ੍ਰਦਾਨ ਕਰਨਾ, ਇਸ ਨੂੰ ਆਪਾਂ ਬਰੀਥਿੰਗ ਕਹਿੰਦੇ ਹਾਂ, ਜੋ ਕਿ ਰੈਸਪੀਰੇਸ਼ਨ ਦਾ ਫਸਟ ਔਰ ਲਾਸਟ ਸਟੈਪ ਹੈ. ਆਕਸੀਜਨ ਅੰਦਰ ਲੈਣਾ, ਇਹ ਫਸਟ ਸਟੈਪ ਹੋ ਗਿਆ. ਸਾਰੀ ਪ੍ਰੋਸੈਸ ਤੋਂ ਬਾਅਦ ਜਦ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਹੈ ਔਰ ਐਨਰਜੀ ਵੀ ਰਿਲੀਜ਼ ਹੁੰਦੀ ਹੈ, ਐਨਰਜੀ ਨੂੰ ਬੋਡੀ ਯੂਜ਼ ਕਰ ਲੈਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਦਿੰਦੀ ਹੈ. ਤਾਂ ਇਹ ਲਾਸਟ ਸਟੈਪ ਹੋ ਗਿਆ. ਤਾਂ ਇਸ ਤਰ੍ਹਾਂ ਬਰੀਥਿੰਗ ਰੈਸਪੀਰੇਸ਼ਨ ਦੇ ਅੰਦਰ ਇਨਕਲੂਡ ਹੈ, ਲੇਕਿਨ ਰੈਸਪੀਰੇਸ਼ਨ ਇੱਕ ਵਾਈਡਰ ਟਰਮ ਹੈ ਅਤੇ ਬਰੀਥਿੰਗ ਜਿਹੜੀ ਆ ਉਹ ਨੈਰੋ ਟਰਮ ਹੈ. ਤਾਂ ਆਈ ਹੋਪ ਤੁਹਾਨੂੰ ਬਰੀਥਿੰਗ ਔਰ ਰੈਸਪੀਰੇਸ਼ਨ ਦੇ ਵਿੱਚ ਕੀ ਡਿਫਰੈਂਸ ਹੈ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ. ਨੈਕਸਟ ਕੁਐਸਚਨ ਆਪਣੇ ਪਾਸ, ਦ ਕੰਸੈਪਟ ਆਫ ਟਰੈਵਲ ਇਨ EVS ਇਨਕਲੂਡਸ ਦ ਆਈਡੀਆ ਆਫ ਮੈਪਿੰਗ ਐਂਡ ਡਾਇਰੈਕਸ਼ਨ, ਮੀਨਸ ਆਫ ਟਰਾਂਸਪੋਰਟ, ਹੈਰੀਟੇਜ ਡਿਸਕਵਰੀ, ਆਲ ਦੀਸ. EVS ਵਿੱਚ ਯਾਤਰਾ ਦੀ ਧਾਰਨਾ ਸ਼ਾਮਿਲ ਹੈ. ਸਭ ਤੋਂ ਪਹਿਲਾਂ ਮੈਪਿੰਗ ਅਤੇ ਦਿਸ਼ਾ ਦਾ ਵਿਚਾਰ, ਆਵਾਜਾਈ ਦੇ ਸਾਧਨ, ਵਿਰਾਸਤੀ ਖੋਜ, ਇਹ ਸਾਰੇ. ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਡੀ, ਇਹ ਸਾਰੇ, ਆਲ ਆਫ ਥੀਸ. Question number 8, which of the following is not considered as an approach in the teaching learning process? Ideological, integrated, autocratic, process. ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਇੱਕ ਪਹੁੰਚ ਨਹੀਂ ਮੰਨਿਆ ਜਾਂਦਾ? ਵਿਚਾਰਧਾਰਕ, ਏਕੀਕ੍ਰਿਤ, ਤਾਨਾਸ਼ਾਹੀ ਜਾਂ ਪ੍ਰਕਿਰਿਆ? ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਸੀ, ਤਾਨਾਸ਼ਾਹੀ, autocratic. Question number 9, which of the following is a major drawback of the current assessment system in school? First, it doesn't cover all areas of child's growth. Second, placing great emphasis on memorization. ਥਰਡ, ਟੋਟਲੀ ਐਗਜ਼ਾਮ ਫੋਕਸਡ. ਫੋਰਥ, ਆਲ ਆਫ ਦੀ ਅਬਵ. ਸਕੂਲਾਂ ਵਿੱਚ ਮੌਜੂਦਾ ਮੁਲਾਂਕਣ ਪ੍ਰਣਾਲੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਵੱਡੀ ਕਮੀ ਹੈ? ਇਹ ਬੱਚੇ ਦੇ ਵਿਕਾਸ ਦੇ ਸਾਰੇ ਖੇਤਰਾਂ ਨੂੰ ਕਵਰ ਨਹੀਂ ਕਰਦਾ, ਯਾਦ ਕਰਨ ਉੱਤੇ ਬਹੁਤ ਜ਼ੋਰ ਦਿੰਦਾ ਹੈ, ਪੂਰੀ ਤਰ੍ਹਾਂ ਪ੍ਰੀਖਿਆ ਕੇਂਦਰਿਤ, ਉਪਰੋਕਤ ਸਾਰੇ. ਸੋ ਇਸ ਦਾ ਰਾਈਟ ਆਪਸ਼ਨ ਹੈ ਜੀ ਨੰਬਰ 4, ਉਪਰੋਕਤ ਸਾਰੇ, ਆਲ ਆਫ ਦਿਸ. ਇਸ ਲਈ CC ਸਿਸਟਮ ਸ਼ੁਰੂ ਕੀਤਾ ਗਿਆ ਜੀ. CC ਦੀ ਫੁੱਲ ਫਾਰਮ ਕਈ ਵਾਰ ਪੁੱਛ ਲਿੱਤੀ ਜਾਂਦੀ ਹੈ. ਇਸ ਦੀ ਫੁੱਲ ਫਾਰਮ ਹੈਗੀ ਹੈ ਕੰਟੀਨਿਊਸ ਐਂਡ ਕੰਪਰੀਹੈਂਸ਼ਨ ਇਵੈਲੂਏਸ਼ਨ, ਜੋ ਕਿ ਰੈਗੂਲਰ ਥਰੂ ਆਊਟ ਦਾ ਪੂਰਾ ਕੋਰਸ ਜਿਹੜਾ ਇਵੈਲੂਏਟ ਜਿਹੜਾ ਬੱਚੇ ਨੂੰ ਕੀਤਾ ਜਾਂਦਾ, ਉਸਦਾ ਟੈਸਟ ਜਿਹੜੇ ਆ ਪੂਰਾ ਸਾਲ ਜਿਹੜੇ ਅਲੱਗ-ਅਲੱਗ ਤਰੀਕੇ ਨਾਲ, ਜਿਸ ਨੂੰ ਆਪਾਂ ਇੰਟਰਨਲ ਅਸੈਸਮੈਂਟ ਵੀ ਕਹਿੰਦੇ ਹਾਂ, ਸੋ ਉਹਦੇ ਥਰੂ ਬੱਚੇ ਨੂੰ ਇਵੈਲੂਏਟ ਕੀਤਾ ਜਾਂਦਾ ਤਾਂ ਕਿ ਉਹਨੂੰ ਪੂਰਾ ਸਾਲ ਉਹ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਉਸਦੇ ਵਿੱਚ ਗਰੋਥ ਹੁੰਦੀ ਰਹੀ, ਉਹ ਹਰ ਇੱਕ ਚੀਜ਼ ਔਰ ਹਰ ਇੱਕ ਆਸਪੈਕਟ ਦੇ ਵਿੱਚ ਉਸਨੂੰ ਐਗਜ਼ਾਮਿਨ ਕੀਤਾ ਜਾ ਸਕੇ, ਨਾ ਕਿ ਸਿਰਫ ਲਾਸਟ ਦੇ ਵਿੱਚ ਜਾ ਕੇ ਇੱਕ ਰਿਟਨ ਪੇਪਰ ਜਾਂ ਕੋਈ ਪੇਪਰ ਲੈ ਕੇ ਉਸਨੂੰ ਜਿਹੜਾ ਉਸ ਬੇਸਿਸ 'ਤੇ ਜੱਜ ਕੀਤਾ ਜਾਵੇ. ਜਿਹੜੀ ਪ੍ਰੈਜ਼ੈਂਟ ਇਵੈਲੂਏਸ਼ਨ ਸਿਸਟਮ ਦੀ ਆਪਣੀ ਕਮੀ ਹੈ, ਇਸ ਲਈ CC ਸਿਸਟਮ ਜਿਹੜਾ ਸ਼ੁਰੂ ਕੀਤਾ ਗਿਆ. ਕੁਐਸਚਨ ਨੰਬਰ 10 ਆਪਣੇ ਪਾਸ, ਆਂਟ ਬਾਈਟ ਤੇ ਇੰਜੈਕਟ ਗਲੇਸ਼ੀਅਲ ਐਸੀਟਿਕ ਐਸਿਡ, ਮਿਥੇਨੋਲ, ਫੋਰਮਿਕ ਐਸਿਡ, ਸਟੀਅਰਿਕ ਐਸਿਡ.
ਜਦੋਂ ਕੀੜੀਆਂ ਕੱਟਦੀਆਂ ਹਨ ਉਹ ਟੀਕਾ ਲਗਾਉਂਦੀਆਂ ਹਨ। ਜੇ ਟੀਕਾ ਲਗਾਉਂਦੀਆਂ ਨਹੀਂ ਹੈ ਜੀ, ਉਹ ਮਤਲਬ ਜਦੋਂ ਕੀੜੀਆਂ ਕੱਟਦੀਆਂ ਹਨ ਤਾਂ ਉਹ ਜਿਸ ਨੂੰ ਉਹ ਕੱਟਦੀਆਂ ਹਨ ਉਹਨਾਂ ਦੇ ਸਰੀਰ ਦੇ ਅੰਦਰ ਕੀ ਇੰਜੈਕਟ ਕਰਦੀਆਂ ਨੇ, ਯਾਨੀ ਕਿ ਉਹਨਾਂ ਦੇ ਸਰੀਰ ਦੇ ਅੰਦਰ ਕੌਣ ਸਾ ਐਸਿਡ ਕੀੜੀਆਂ ਆਪਣੇ ਕੱਟਣ ਦੇ ਨਾਲ ਛੱਡ ਦਿੰਦੀਆਂ ਹਨ, ਉਹਨਾਂ ਦੇ ਸਰੀਰ ਦੇ ਵਿੱਚ ਭੇਜਦੀਆਂ ਹਨ। ਸੋ ਸਭ ਤੋਂ ਪਹਿਲਾ ਹੈ ਜੀ ਗਲੇਸ਼ੀਅਲ ਐਸਿਟਿਕ ਐਸਿਡ, ਦੂਸਰਾ ਹੈ ਮੀਥੇਨੋਲ, ਤੀਸਰਾ ਫਾਰਮਿਕ ਐਸਿਡ, ਚੌਥਾ ਹੈ ਜੀ ਸਟੀਰਿਕ ਐਸਿਡ। ਸੋ ਇਸ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ ਫੋਰਮਿਕ ਐਸਿਡ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕੁਐਸਚਨ, ਤਾਂ ਇਸ ਕੁਐਸਚਨ ਨੂੰ ਜ਼ਰੂਰ ਯਾਦ ਕਰਿਓ। ਸੋ ਇਸ ਦਾ ਆਨਸਰ ਹੈ ਜੀ ਫੋਰਮਿਕ ਐਸਿਡ। ਤੇ ਇਹ ਸੀਗੇ ਜੀ ਅੱਜ ਦੇ ਆਪਣੇ ਕੁਐਸਚਨ EVS ਪੈਡਾਗੋਜੀ ਐਂਡ ਕੰਟੈਂਟ ਮਿਕਸ ਕੁਐਸਚਨ ਸੀ ਪਾਰਟ ਨੰਬਰ 3। ਇਸ ਤੋਂ ਪਹਿਲਾਂ ਦੇ 2 ਪਾਰਟ ਦੇ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਣਗੇ। ਆਈ ਹੋਪ ਵੀਡੀਓ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ। ਵੀਡੀਓ ਕਿੱਦਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ, ਕਿਉਂਕਿ ਤੁਹਾਡੇ ਕਮੈਂਟਸ ਔਰ ਫੀਡਬੈਕ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਹੋਰ ਜਿਹੜੀ ਵੀਡੀਓਜ਼ ਹੈ ਇਹਦੇ ਰਿਗਾਰਡਿੰਗ ਲੈ ਕੇ ਆਉਂਦੇ ਰਹਾਂਗੇ। ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰਨਾ, ਨਾਲੇ ਆਪਣੇ ਚੈਨਲ ਨਾਲ ਜੁੜੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਆਲ ਬਟਨ ਤੇ ਜ਼ਰੂਰ ਕਲਿੱਕ ਕਰਨਾ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।